ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੇ ਤੀਸਰੇ ਅਧਿਆਏ ਕਨਸਟੈਂਟਸ, ਵੇਰੀਏਬਲਸ ਐਂਡ ਡਾਟਾ ਟਾਈਪਸ ਇਨ ਸੀ ਲੈਂਗੁਏਜ ਦੇ ਬਾਰੇ ਪੜ੍ਹਾਂਗੇ। ਇਸ ਅਧਿਆਏ ਵਿੱਚ ਅਸੀਂ ਸੀ ਲੈਂਗੁਏਜ ਦੇ ਵਿੱਚ ਵੇਰੀਅਸ ਡਾਟਾ ਟਾਈਪਸ ਜੋ ਕਿ ਜਿਵੇਂ ਕਿ ਸ਼ਾਰਟ ਇੰਟ, ਲੌਂਗ ਇੰਟ, ਡਬਲ, ਲੌਂਗ ਜਾਂ ਡਬਲ ਕਰੈਕਟਰ ਆਦਿ ਬਾਰੇ ਪੜ੍ਹਾਂਗੇ। इंट मतलब इंटीजर डाटा टाइप। कॉन्स्टेंट्स या लिटरल्स सी विच एक कॉन्स्टेंट दे मुल कदे नहीं बदलते, मतलब जो चीज़ कदे नहीं बदलती। अखर, अल्फाबेट्स, अंक, नंबर्स ਅਤੇ ਵਿਸ਼ੇਸ਼ ਚਿੰਨ੍ਹ ਜੋ ਕਿ ਐਕਸਪ੍ਰੈਸ਼ਨ ਵਿੱਚ ਸਹੀ ਰੂਪ ਵਿੱਚ ਮਿਲਦੇ ਹਨ ਤਾਂ ਕਨਸਟੈਂਟ ਵੇਰੀਏਬਲਸ ਅਤੇ ਕੀਵਰਡਸ ਦੇ ਰੂਪ ਵਿੱਚ ਬਦਲ ਜਾਂਦੇ ਹਨ। ਇਹ ਮਾਤਰਾ ਕੰਪਿਊਟਰ ਦੀ ਮੈਮਰੀ ਵਿੱਚ ਸਥਿਤ ਜਗ੍ਹਾ 'ਤੇ ਸਟੋਰ ਕੀਤੀ ਜਾਂਦੀ ਹੈ। ਵੇਰੀਏਬਲ ਨੂੰ ਇੱਕ ਅਜਿਹਾ ਨਾਮ ਸਮਝਣਾ ਚਾਹੀਦਾ ਹੈ ਜਿਹੜਾ ਮੈਮਰੀ ਵਿੱਚ ਸਥਿਤ ਉਸ ਨੂੰ ਦਿੱਤਾ ਜਾਏ ਜਿੱਥੇ ਕਨਸਟੈਂਟ ਸਟੋਰ ਕੀਤਾ ਗਿਆ ਹੈ। ਮਿਸਾਲ y is equal to 3.6 into x plus 8.3। ਇੱਥੇ 3.6 ਅਤੇ 8.3 ਬਦਲੇ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਦੀ ਵੈਲਿਊ ਤੁਸੀਂ ਨਿਰਧਾਰਿਤ ਕਰ ਦਿੱਤੀ ਹੈ। ਇਹਨਾਂ ਨੂੰ ਕਨਸਟੈਂਟ ਕਿਹਾ ਜਾਂਦਾ ਹੈ। x ਐਂਡ y ਦੀ ਵੈਲਿਊ ਜੇ ਦੇਖਿਆ ਜਾਵੇ ਤਾਂ ਬਦਲ ਸਕਦੀਆਂ। ਸੀ ਕਨਸਟੈਂਟ ਦੀਆਂ ਕਿਸਮਾਂ ਨਿਊਮੈਰਿਕ ਕਨਸਟੈਂਟ ਤੇ ਕਰੈਕਟਰ ਕਨਸਟੈਂਟ। ਨਿਊਮੈਰਿਕ ਮਤਲਬ ਤੁਹਾਡੇ 0 ਐਂਡ 1, ਉਹਨਾਂ ਦੇ ਵਿੱਚੋਂ ਇੰਟੀਜਰ ਤੇ ਆਪਾਂ ਫਲੋਟਿੰਗ ਪੁਆਇੰਟਸ ਕਹਿ ਦਿੰਦੇ ਹਾਂ। ਇੰਟੀਜਰ ਮਤਲਬ 0 1 2 3 ਤੇ ਫਲੋਟਿੰਗ ਮਤਲਬ ਪੁਆਇੰਟਾਂ ਦੇ ਵਿੱਚ ਜਿਹੜੀ ਵੈਲਿਊ ਹੁੰਦੀ ਆ। ਕਰੈਕਟਰ ਕਨਸਟੈਂਟ, ਸਟ੍ਰਿੰਗ ਕਨਸਟੈਂਟ ਤੇ ਸਿੰਗਲ ਕਰੈਕਟਰ ਕਨਸਟੈਂਟ ਮਤਲਬ ਤੁਸੀਂ ਸਿੰਗਲ ਏ ਲਿਖੀ ਜਾਂ ਸਿੰਗਲ ਨੇਮ ਲਿਖਿਆ ਹੈ। ਨਿਊਮੈਰਿਕ ਕਨਸਟੈਂਟ ਜਿਸ ਵਿੱਚ ਦਸ਼ਮਲਵ ਬਿੰਦੂ ਦਾ ਵਿਕਲਪ ਮੌਜੂਦ ਹੁੰਦਾ ਹੈ। ਸਾਈਨ ਇੰਟੀਜਰ ਕਨਸਟੈਂਟ ਦੇਖੋ ਪਲੱਸ ਮਾਈਨਸ, ਇਸ ਨੂੰ ਵੀ ਤੁਸੀਂ ਚੇਂਜ ਨਹੀਂ ਕਰ ਸਕਦੇ ਤੁਸੀਂ ਕਿਉਂਕਿ ਇਸ ਦੀ ਵੈਲਿਊ ਆਲਰੇਡੀ ਡਿਸਾਈਡ ਕਰ ਚੁੱਕੇ ਹੋ। ਰੀਅਲ ਅਤੇ ਫਲੋਟਿੰਗ ਪੁਆਇੰਟ ਆ ਰੀਅਲ ਆ 19 ਪੂਰਨ ਅੰਕ ਆ, then floating point, chin constant। now this is important। C ਇੱਕ ਮਿਡਲ ਲੈਵਲ ਤੇ ਹਾਈ ਲੈਵਲ ਲੈਂਗੁਏਜ ਦੋਨਾਂ ਦੇ ਵਿਚਾਲੇ ਕੰਮ ਕਰਦੀ ਹੈ। ਇਸ ਲਈ ਇਸ ਦੇ ਵਿੱਚ ਕੁਝ ਇੱਕ ਨਿਰਧਾਰਿਤ ਚੀਜ਼ਾਂ ਹੁੰਦੀਆਂ ਹਨ ਤੇ ASCII ਕੋਡ ਅਨੁਸਾਰ ਅਮਰੀਕਨ ਸਟੈਂਡਰਡ ਜਿਹੜੇ ਕਰੈਕਟਰਸ ਨੇ ਉਹਨਾਂ ਦੇ ਅਨੁਸਾਰ ਹੁੰਦੀ ਹੈ। ਉਸ ਦੇ ਅਨੁਸਾਰ A ਦੀ ਵੈਲਿਊ 65 ਹੈ, B ਦੀ 66 ਤੇ C ਦੀ 67 ਜੋ ਕਿ ਹਮੇਸ਼ਾ ਹੀ ਰਹੇਗੀ। ਇਸ ਛੋਟੇ ਜਿਹੇ ਪ੍ਰੋਗਰਾਮ ਨੂੰ ਜੇ ਅਸੀਂ ਚਲਾਵਾਂਗੇ ਤਾਂ ਕਰੈਕਟਰ C int I, ਇਸ ਨੂੰ C ਦੇ ਪ੍ਰੋਗਰਾਮ ਵਿੱਚ ਓਪਨ ਕਰੀਏ। ਇੱਥੇ ਮੇਨ ਪ੍ਰੋਗਰਾਮ ਸਟਾਰਟ ਕੀਤਾ। ਕਰੈਕਟਰ x ਇੱਥੇ ਆਪਾਂ ਕੋਈ ਵੀ ਵੇਰੀਏਬਲ ਲੈ ਸਕਦੇ ਹਾਂ, ਜਿਵੇਂ ਬੁੱਕ ਦੇ ਵਿੱਚ ਕਰੈਕਟਰ C ਲਿਆ ਗਿਆ ਹੈ ਸਿਰਫ ਸਿੰਪਲ ਭਾਸ਼ਾ। ਦੈਨ ਇੰਟੀਜਰ ਵੈਲਿਊ, ਡਾਟਾ ਟਾਈਪ ਇੰਟੀਜਰ y। ਸਟਾਰਟਿੰਗ ਦੇ ਵਿੱਚ ਕਿਹਾ ਕਿ x ਦੀ ਵੈਲਿਊ y ਦੇ ਬਰਾਬਰ ਹੈ ਔਰ ਇਹ ਅਲਾਉਡ ਹੈ। ਤੁਸੀਂ ਇੱਕ ਵੇਰੀਏਬਲ ਦੀ ਵੈਲਿਊ ਦੂਜੇ ਵੇਰੀਏਬਲ 'ਚ ਐਲੋਕੇਟ ਕਰ ਸਕਦੇ ਹੋ, ਦੇ ਸਕਦੇ ਹੋ ਉਹਨੂੰ। ਦੈਨ ਉਸ ਤੋਂ ਬਾਅਦ x ਦੀ ਵੈਲਿਊ ਮੈਂ ਨਿਰਧਾਰਿਤ ਕੀਤੀ। x ਦੀ ਵੈਲਿਊ a, ਕਰੈਕਟਰ ਸਿੰਗਲ ਕਰੈਕਟਰ ਕਨਸਟੈਂਟ। ਦੈਨ y ਦੀ ਵੈਲਿਊ ਕਿੱਥੇ ਚਲੀ ਗਈ x ਦੇ ਵਿੱਚ, ਰਾਈਟ। ਜਦੋਂ ਆਪਾਂ printf ਕਹਾਂਗੇ ਵੈਲਿਊ ਆਫ x ਇਜ਼ c, ਜਦੋਂ ਇਸੇ ਵੈਲਿਊ ਨੂੰ ਤੁਸੀਂ ਕਰੈਕਟਰ ਕਨਸਟੈਂਟ ਦੇ ਵਿੱਚ ਲਿਖੋਗੇ ਤਾਂ ਉਹਦੀ ਵੈਲਿਊ ਸੇਮ ਰਹੇਗੀ ਕਿਉਂਕਿ ਉਹ ਕਰੈਕਟਰ ਕਨਸਟੈਂਟ ਹੈਗਾ ਹੀ ਹੈ। ਬਟ ਜਦੋਂ ਤੁਸੀਂ ਉਸ ਨੂੰ ਐਜ਼ ਏ ਇੰਟੀਜਰ ਆਊਟਪੁੱਟ ਲੈਣ ਦੀ ਕੋਸ਼ਿਸ਼ ਕਰੋਗੇ ਫਿਰ ਉਹ ਵੈਲਿਊ ਉਸ ਦੀ ਦਿਖਾਏਗਾ ਜੋ ASCII ਕੋਡ ਦੇ ਵਿੱਚ ਮੌਜੂਦ ਹੈ। ਜਿਵੇਂ ਕਿ A ਦੀ ਵੈਲਿਊ 65 ਆ ਸਕਦੀ ਹੈ। ਜੇ ਇਸੇ ਜਗ੍ਹਾ ਤੇ ਵੈਲਿਊ ਚੇਂਜ ਕਰ ਦਿੱਤੀ ਜਾਵੇ, ਲੈਟਸ ਸੇ Z, ਕੰਪਾਈਲ ਐਂਡ ਰਨ, ਤਾਂ Z ਦੀ ਵੈਲਿਊ 90 ਹੈ। ਇੱਥੇ ਇੱਕ ਹੋਰ ਛੋਟੀ ਚੀਜ਼ ਆਪਾਂ ਪੜ੍ਹਿਆ ਹੈ ਕਿ C ਕੇਸ ਸੈਂਸਿਟਿਵ ਹੈ, ਵੱਡੇ ਛੋਟੇ ਅੱਖਰ ਦੇ ਵਿੱਚ ਫਰਕ ਕਰਦੀ ਹੈ। ਜੇ ਇੱਥੇ ਛੋਟਾ z ਐਲੋਕੇਟ ਕਰਦੇ ਹਾਂ, ਕੰਪਾਈਲ ਐਂਡ ਰਨ,
और इस दी स्काई वैल्यू 122 है। छोटा a कंपाइल, ਇਸ ਦੀ ਵੈਲਿਊ 97 ਹੈ। ਇਸੇ ਤਰ੍ਹਾਂ ਨਾਲ ਤੁਸੀਂ C ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰ ਸਕਦੇ ਹੋ। ਸਟ੍ਰਿੰਗ ਕਨਸਟੈਂਟਸ, ਇਹ ਉਹ ਕਨਸਟੈਂਟ ਹੁੰਦੇ ਹਨ ਜੋ ਕਿ ਤਰਤੀਬ ਵਿੱਚ ਅਸਕਾਈ ਕਰੈਕਟਰ ਹੁੰਦੇ ਹਨ, ਜੋ ਕਿ ਡਬਲ ਕੋਟੇਸ਼ਨਸ ਦੇ ਵਿੱਚ ਲਿਖੇ ਜਾਂਦੇ ਹਨ। ਇਹਨਾਂ ਨੂੰ ਚਿੰਨ ਕਨਸਟੈਂਟ ਕਹਿੰਦੇ ਹਨ, ਮਤਲਬ ਸਪੈਸ਼ਲ ਚਿੰਨ। \0 ਨਲ ਕਰੈਕਟਰ ਦੇ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਨੂੰ ਐਸ ਉਵੇਂ ਹੀ ਡਿਸਪਲੇ ਕਰਦਾ ਹੈ ਖਾਲੀ। C ਵੇਰੀਏਬਲਸ ਦੀਆਂ ਕਿਸਮਾਂ ਜਾਂ ਆਈਡੈਂਟੀਫਾਇਰਸ ਕਿੰਨੇ ਹੁੰਦੇ ਹਨ? ਮੰਨ ਲਓ ਤੁਸੀਂ ਖੇਤਰ, ਮਤਲਬ ਖੇਤਰਫਲ ਕੱਢਣਾ ਹੈ, ਨਾਮ ਲਿਖਣਾ ਹੈ, ਸ਼ਹਿਰ ਜਾਂ ਕੁਝ ਵੀ ਪ੍ਰੈਜ਼ੈਂਟ ਕਰਨਾ ਹੈ, ਕੁਆਂਟੀਟੀ ਜਾਂ ਐਗਜ਼ੀਕਿਊਸ਼ਨ ਕਿਵੇਂ ਹੋਣੀ ਚਾਹੀਦੀ ਹੈ, ਮੁੱਲ ਕਿਵੇਂ ਉਹਦੇ ਜਾਣ ਅੱਗੇ। ਆਮ ਸੌਰੀ, same here. Then invalid variables, ਵੈਲਿਡ ਵੇਰੀਏਬਲਸ ਮਤਲਬ ਉਹਨਾਂ ਦੇ ਵਿਚਾਲੇ ਫਰਕ ਕੀ ਹੈ। ਫਰਸਟ ਟਰਮ ਤੁਸੀਂ ਇਦਾਂ ਨਹੀਂ ਲਿਖ ਸਕਦੇ, ਸਪੇਸ ਨਹੀਂ ਹੋਣੀ ਚਾਹੀਦੀ ਜਾਂ ਕੈਪੀਟਲ ਨਹੀਂ ਹੋਣਾ ਚਾਹੀਦਾ। ਕਿਉਂ? ਕਿਉਂਕਿ ਰਨ ਇਜ਼ ਐਨ ਕਮਾਂਡ, ਇੰਟਰਨਲ ਕਰੈਕਟਰ ਜਾਂ ਇੰਟਰਨਲ ਕਨਸਟੈਂਟ ਜਿਹੜਾ ਹੈਗਾ। ਕੀਵਰਡਸ, ਡੀਲਿਮਿਟਰਸ, ਇਹ ਉਹ ਚਿੰਨ੍ਹ ਹੁੰਦੇ ਹਨ ਜੋ ਪ੍ਰੋਗਰਾਮਾਂ ਦੇ ਬੁਨਿਆਦੀ ਐਲੀਮੈਂਟਸ ਦੀ ਸੀਮਾ ਤੈਅ ਕਰਦੇ ਹਨ। ਵੈਰੀ ਇੰਪੋਰਟੈਂਟ, ਡੀਲਿਮਿਟਰਸ ਕੀ ਹੁੰਦੇ ਹਨ? ਜਿਵੇਂ ਕਿ ਆਪਾਂ C ਦੇ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਹੈਸ਼ ਡਾਇਰੈਕਟਿਵ, ਇਹ ਪ੍ਰੀ ਪ੍ਰੋਸੈਸਰ ਡਾਇਰੈਕਟਿਵ ਹੁੰਦਾ ਹੈ ਜੋ ਪਹਿਲਾਂ ਤੋਂ ਹੀ ਸਟਾਰਟ ਨਿਰਧਾਰਿਤ ਕਰਦਾ ਹੈ ਕਿ ਇਸ ਦੇ ਵਿੱਚ ਇਹ ਵੈਲਿਊ ਹੋਵੇਗੀ। ਕੋਮਾ, ਦੋ ਚੀਜ਼ਾਂ ਨੂੰ ਸੈਪਰੇਟ ਕਰਨਾ। ਦੋ ਚੀਜ਼ਾਂ ਨੂੰ ਸੈਪਰੇਟ ਕਰਨ ਲਈ ਕਰੈਕਟਰ x, y ਜਾਂ printf ਇੱਥੇ ਯੂਜ਼ ਕੀਤਾ, ਕੋਮਾ। ਇਹ ਅਲੱਗ ਤਾਂ ਕਰ ਰਿਹਾ ਹੈ ਪਰ ਇਸ ਦੀ ਵੈਲਿਊ x ਤੇ y ਦੀ ਵੈਲਿਊ printf ਫੰਕਸ਼ਨ ਨਾਲ ਜ਼ਰੂਰ ਜੋੜ ਰਿਹਾ ਹੈ। ਦੈਨ ਕਰਲੀ ਬ੍ਰੇਸਿਸ, ਪ੍ਰੋਗਰਾਮ ਦਾ ਸਟਾਰਟ ਜਾਂ ਕਿਸੇ ਚੀਜ਼ ਦਾ ਸਟਾਰਟ ਤੇ ਐਂਡ। ਦੈਨ ਸਕੁਅਰ ਬ੍ਰੈਕਟਸ, ਜ਼ਿਆਦਾਤਰ ਐਰੇਜ਼ ਲਈ ਵਰਤੀ ਜਾਂਦੀ ਹੈ। ਦੈਨ ਪੈਰੇਂਥੇਸਿਸ ਜਾਂ ਰਾਉਂਡ ਬ੍ਰੈਕਟ। ਕੋਲਨ, ਇਹ ਡੀਲਿਮਿਟਰ ਲੇਬਲ ਨੂੰ ਰੋਕਦਾ ਹੈ। ਦੈਨ ਡੈਕਲੇਰੇਸ਼ਨ, ਇਨੀਸ਼ੀਅਲਾਈਜੇਸ਼ਨ ਆਫ ਵੇਰੀਏਬਲ, ਤੁਸੀਂ ਡਿਕਲੇਅਰ ਕਿਵੇਂ ਕਰਨਾ ਹੈ। ਤੇ ਇਨੀਸ਼ੀਅਲਾਈਜੇਸ਼ਨ ਕੀ ਹੁੰਦੀ ਹੈ? ਇਸ ਡਾਟਾ ਟਾਈਪ ਨੂੰ ਪਹਿਲਾਂ ਤਾਂ ਇੰਟੀਜਰ, ਕਰੈਕਟਰ ਤੇ ਦੈਨ ਵੇਰੀਏਬਲ ਦਾ ਨੇਮ। ਡਾਟਾ ਟਾਈਪ ਫਲੋਟ, ਕਰੈਕਟਰ ਜਾਂ ਇੰਟ, ਉਸ ਤੋਂ ਬਾਅਦ ਡਬਲ ਵੀ ਲੈ ਸਕਦੇ ਹਾਂ। ਵੇਰੀਏਬਲ ਲਿਸਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਇੰਟੀਜਰ i is equal to 0, i ਦੀ ਵੈਲਿਊ ਮੈਂ 0 ਦੇਤੀ, ਕਰੈਕਟਰ ਦੀ ਇਹ ਦੇਤੀ, ਕਿਹਦੇ ਬਰਾਬਰ ਹੋ ਸਕਦੀ ਹੈ? ਇਸ ਦੇ ਬਰਾਬਰ। int i ਕਰੈਕਟਰ ch, ਜੋ ਆਪਾਂ ਹੁਣੀ ਥੋੜੀ ਦੇਰ ਪਹਿਲਾਂ ਨਾਪਿਆ। ਹੋਰ ਐਗਜ਼ਾਮਪਲ, x ਦੀ ਵੈਲਿਊ 10 ਜਾਂ int ਦੀ ਵੈਲਿਊ 1, ਫਲੋਟਿੰਗ ਪੁਆਇੰਟ 0.0, y ਡਬਲ r, ਇਸ ਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ। ਸੌਰਟਿੰਗ ਕਨਸਟੈਂਟਸ ਇਨ ਵੇਰੀਏਬਲਸ, ਮਤਲਬ ਤੁਸੀਂ ਵੇਰੀਏਬਲ ਦੇ ਵਿੱਚ ਕਨਸਟੈਂਟ ਨੂੰ ਕਿਵੇਂ ਸੌਰਟ ਕਰ ਸਕਦੇ ਹੋ। ਦੈਨ ਉੱਥੇ ਕਨਸਟੈਂਟ ਟਾਈਪ ਵੇਰੀਏਬਲ ਨੇਮ ਲਿਖਾਂਗੇ ਕਿ ਆਹ ਵੈਲਿਊ ਜਿਹੜੀ ਕਨਸਟੈਂਟ ਰਹੇ ਇਸ ਡਾਟਾ ਟਾਈਪ ਦੀ 3.14 ਜਾਂ ਪਾਈ ਦੀ ਵੈਲਿਊ ਆਪਾਂ ਨਿਰਧਾਰਿਤ ਕਰਤੀ। ਡਾਟਾ ਟਾਈਪਸ, ਹੁਣ ਡਾਟਾ ਟਾਈਪਸ ਦੋ ਤਰ੍ਹਾਂ ਦੀਆਂ ਹੁੰਦੀਆਂ, ਬਿਲਟ ਇਨ ਡਾਟਾ ਟਾਈਪਸ ਤੇ ਯੂਜ਼ਰ ਡਿਫਾਈਨਡ ਡਾਟਾ ਟਾਈਪਸ। C ਦੀਆਂ ਬੁਨਿਆਦੀ ਡਾਟਾ ਟਾਈਪਸ ਹੁੰਦੀਆਂ ਹਨ, ਇੱਕ ਮੁੱਲ ਸਿੰਗਲ ਵੈਲਿਊ ਨੂੰ ਗ੍ਰਹਿਣ ਕਰਦੀਆਂ ਹਨ ਜੋ ਕਿ ਹੇਠ ਦਿਖਾਈ ਡਿਸਪਲੇਡ ਹੁੰਦੀਆਂ ਹਨ। ਇੰਟੀਜਰ, ਕਰੈਕਟਰ, ਇਹਨਾਂ ਦੀ ਰੇਂਜ ਕਿੱਥੋਂ ਤੇ ਕਿੱਥੇ ਤੱਕ ਹੁੰਦੀ ਹੈ? 2 ਬਾਈਟਸ, 4 ਬਾਈਟਸ। ਯਾਦ ਰੱਖਿਓ ਨੈਕਸਟ ਚੈਪਟਰ ਦੇ ਵਿੱਚ ਤੁਹਾਨੂੰ ਇਹ ਵੈਲਿਊ ਦੀ ਯੂਜ਼ ਪਏਗਾ ਕਿ ਇੰਟੀਜਰ ਸਿਰਫ 2 ਬਾਈਟਸ ਹੀ ਸਟੋਰ ਕਰਦਾ, ਲੌਂਗ ਇੰਟੀਜਰ 4। ਇਹਦਾ ਸਾਈਜ਼ ਕਿੰਨਾ ਹੈ? ਫਲੋਟ 4, ਡਬਲ 8, ਲੌਂਗ ਡਬਲ 10। ਇਹ ਇਹਨਾਂ ਦੀ ਰੇਂਜ ਹੈ। ਦੈਨ ਕਰੈਕਟਰ ਡਾਟਾ ਟਾਈਪ, ਕਰੈਕਟਰ ਡਾਟਾ ਟਾਈਪ ਜੋ ਕਿ ਕੈਰ ਕਰੈਕਟਰ ਟਾਈਪ ਡਾਟਾ ਨੂੰ ਦਰਸਾਉਂਦਾ ਹੈ।
ਡਬਲ ਕੋਟਸ ਜਾਂ ਸਿੰਗਲ ਕੋਟ ਦੇ ਵਿੱਚ ਪੈਂਦਾ ਹੈ। ਅਨਅਸਾਈਨਡ ਜਾਂ ਅਸਾਈਨਡ ਵੈਲਿਊ। ਦੈਨ ਡਬਲ ਦੀ ਵੈਲਿਊ ਇਨਕਰੀਜ਼ ਹੋ ਗਈ। ਦੇਖੋ ਦ ਵੋਇਡ ਡਾਟਾ ਟਾਈਪ, ਵੋਇਡ ਮਤਲਬ ਖਾਲੀ, ਨਲ। ਇਸ ਤਰ੍ਹਾਂ ਦੇ ਡਾਟਾ ਟਾਈਪ C ਦੇ ਹਰ ਇੱਕ ਫੰਕਸ਼ਨ ਵਿੱਚ ਰਿਟਰਨ ਡਾਟਾ ਟਾਈਪ ਹੁੰਦੀ ਹੈ। ਮਤਲਬ ਜੋ ਵੀ ਤੁਸੀਂ ਫੰਕਸ਼ਨ ਬਣਾਉਂਦੇ ਹੋ, ਮੇਨ ਫੰਕਸ਼ਨ ਵੀ ਉਸ ਦੇ ਵਿੱਚ ਇੱਕ ਰਿਟਰਨ ਦੀ ਵੈਲਿਊ ਹੁੰਦੀ ਹੈ। ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਬਣਾਇਆ ਹੋਇਆ ਫੰਕਸ਼ਨ ਕੋਈ ਵੈਲਿਊ ਕਿਸੇ ਹੋਰ ਫੰਕਸ਼ਨ ਨੂੰ ਦੇਵੇ ਤਾਂ ਤੁਸੀਂ void ਜਾਂ null ਯੂਜ਼ ਕਰਦੇ ਹੋ। ਇਸੇ ਕਰਕੇ ਮੇਨ ਸਟਾਰਟ ਕਰਨ ਤੋਂ ਪਹਿਲਾਂ ਯੂਜੂਲੀ ਆਪਾਂ void ਐਡ ਕਰਦੇ ਹਾਂ। ਟੋਕਨਸ, ਕੀਵਰਡਸ, ਕਨਸਟੈਂਟ ਐਂਡ ਆਪਰੇਟਰਸ ਕੀ ਹੁੰਦੇ ਨੇ? ਕੀਵਰਡਸ ਐਂਡ ਆਈਡੈਂਟੀਫਾਇਰ। C ਪ੍ਰੋਗਰਾਮ ਵਿੱਚ ਹਰੇਕ ਸ਼ਬਦ ਦਾ ਇੱਕ ਕੀਵਰਡ ਹੁੰਦਾ ਹੈ ਜਿਸ ਨੂੰ ਆਈਡੈਂਟੀਫਾਇਰ ਜਾਂ ਆਈਡੈਂਟੀਫਾਇਰ ਜਿਹਦੀ ਪਛਾਣ ਹੁੰਦੀ ਹੈ। ਆਟੋ, ਡੂ, ਫॉर, ਰਿਟਰਨ, ਇਹ ਕੀਵਰਡਸ ਨੇ। ਤੁਸੀਂ ਆਪਣੇ ਆਪ ਲਿਖ ਕੇ ਨਹੀਂ ਯੂਜ਼ ਕਰਦੇ, ਇਹਨਾਂ ਦੀ ਇੱਕ ਫੰਕਸ਼ਨ ਆਲਰੇਡੀ ਤੈਅ ਹੋ ਚੁੱਕੀ ਹੈ। ਆਈਡੈਂਟੀਫਾਇਰਸ, ਆਈਡੈਂਟੀਫਾਇਰ ਜੋ ਕਿਸੇ ਚੀਜ਼ ਨਾਲ ਪਛਾਣ ਹੋਣ। ਕਿਹੜੇ? ਕਰੈਕਟਰਸ, ਸਪੈਸੀਫਿਕ ਲੈਟਰਸ, ਸਕਸੀਡਿੰਗ ਕਰੈਕਟਰਸ, ਅਪਰ ਕੇਸਿਸ, ਅੰਡਰਸਕੋਰ, ਡਬਲ ਅੰਡਰਸਕੋਰ ਜੋ ਕਦੇ ਵੀ ਅੰਡਰਸਕੋਰ ਦੇ ਚਿੰਨ੍ਹ ਨਾਲ ਡਿਫਾਈਨ ਹੁੰਦੀ ਹੈ। ਦੈਨ ਟਾਈਪ, ਮੋਡੀਫਾਇਰ ਔਰ ਕੁਆਲੀਫਾਇਰ, ਮਤਲਬ ਕਿਸੇ ਟਾਈਪ ਨੂੰ ਕੁਆਲੀਫਾਈ ਕਰਨਾ ਜਾਂ ਉਸ ਨੂੰ ਹੋਰ ਅਪੈਂਡ ਕਰਨਾ, ਚੇਂਜ ਕਰਨਾ। ਇੰਟੀਜਰ ਦੀ ਵੈਲਿਊ ਤੁਸੀਂ ਲੈਸ ਦੈਨ ਇਜ਼ ਇਕੁਅਲ ਟੂ ਲੌਂਗ ਇੰਟੀਜਰ ਦੇ ਬਰਾਬਰ ਵੀ ਲਿਖ ਸਕਦੇ ਹੋ ਜਾਂ ਇਸ ਦੇ ਨਾਲ ਉਸ ਨੂੰ ਅੱਗੇ ਪਿੱਛੇ ਛੋਟਾ ਵੱਡਾ ਵੀ ਕਰ ਸਕਦੇ ਹੋ। ਅਨਸਾਈਨਡ ਇੰਟੀਜਰ, ਇਹ ਯੋਗਤਾ ਉਹਨਾਂ ਵੇਰੀਏਬਲਸ ਦੀ ਵਰਤੀ ਜਾਂਦੀ ਹੈ ਜਿੱਥੇ ਕੇਵਲ ਪੋਜ਼ਿਟਿਵ ਮੁੱਲ ਹੀ ਲੈਂਦੇ ਹਨ, ਨੈਗੇਟਿਵ ਵੈਲਿਊ ਲਈ ਯੂਜ਼ ਨਹੀਂ ਕਰ ਸਕਦੇ। ਉਸ ਨੂੰ ਅਨਸਾਈਨਡ ਕਰੈਕਟਰ ਕਹਿੰਦੇ ਆ, ਮਤਲਬ ਉਹ ਤੁਸੀਂ ਪੋਜ਼ਿਟਿਵ ਵੈਲਿਊ ਹੀ ਦੇਣੀ ਹੈ। ਇਸੇ ਦੇ ਨਾਲ ਤੁਹਾਡਾ ਇਹ ਚੈਪਟਰ ਫਿਨਿਸ਼ ਹੁੰਦਾ ਹੈ। ਜੇ ਕੋਈ ਸਵਾਲ ਹੋਵੇ ਤਾਂ ਮੈਥੋਂ ਪੁੱਛ ਸਕਦੇ ਹੋ। ਧੰਨਵਾਦ।